हाँ जी, अज का राइटिंग का टास्क है द मोस्ट इंपॉर्टेंट कंसिडरेशन वैन चूजिंग एनी करियर और जॉब इज हैविंग अ हाई इनकम। टू वट एक्सटेंट डू एग्री और डिसएग्री। कहते कि कोई भी बंदा ज़्यादा अपनी कोई जॉब या कोई अपना करियर चूज करता तो वो सब तो पहली प्रैफरेंस होंगी आ कि भी मेरी हाई इनकम होवे। तुसी इस चीज़ नाल एग्री करते हो, डिसएग्री करते हो, किन्ने क हद तक इस चीज़ नाल एग्री करते हो कि बंदा जद कोई भी अपनी जॉब नूं लभदा जां अपना कोई करियर स्टार्ट करता, जॉब ते करियर दोनों चीज़ों से फर्क की आ। ਜਿਹੜੇ ਇੱਕ ਤਾਂ ਬੰਦੇ ਹੁੰਦੇ ਨੇ ਜਿਹੜੇ ਸੈਲਫ ਡਿਪੈਂਡ ਹੁੰਦੇ ਆ, ਠੀਕ ਆ ਨਾ, ਆਪਣੇ ਆਪ ਦੇ ਉੱਤੇ ਡਿਪੈਂਡ ਹੁੰਦੇ ਆ। ਉਹ ਕਿਸੇ ਕੋਲ ਜੌਬ ਨਹੀਂ ਕਰ ਰਹੇ ਹੁੰਦੇ, ਉਹਨਾਂ ਕੋਲ ਕੋਈ ਐਸੀ ਸਕਿੱਲ ਹੁੰਦੀ ਹੈ ਜਿਹਦੇ ਬਲਬੂਤੇ ਦੇ ਉੱਤੇ ਉਹ ਕਮਾਈ ਕਰ ਰਹੇ ਹੁੰਦੇ ਆ, ਉਹ ਚੀਜ਼। ਦੂਸਰੇ ਨੰਬਰ ਦੇ ਉੱਤੇ ਇੱਕ ਹੁੰਦੇ ਜਿਹੜੇ ਜੌਬ ਕਰ ਰਹੇ ਹੁੰਦੇ। ਦੋ ਜਾਣਿਆਂ ਦੀ ਗੱਲ ਕੀਤੀ ਹੈ ਇਹਨਾਂ ਨੇ, ਠੀਕ ਆ ਨਾ। ਉਹ ਇਹ 'ਚ ਬਿਜ਼ਨਸ ਓਨਰ ਦੀ ਗੱਲ ਨਹੀਂ ਕੀਤੀ ਕਿਉਂਕਿ ਬਿਜ਼ਨਸ ਜਿਹੜਾ ਮਰਜ਼ੀ ਹੋਵੇ ਕਮਾਈ ਖੋਣੀ ਆ ਉਹ 'ਚੋਂ, ਠੀਕ ਆ ਨਾ। ਤੇ ਇਸ ਕਰਕੇ ਜਿਹੜੇ ਕਰੀਅਰ ਵਾਲੇ ਬੰਦੇ ਹੁੰਦੇ ਆ ਤੇ ਜਿਹੜੇ ਜੌਬ ਵਾਲੇ ਬੰਦੇ ਹੁੰਦੇ ਆ, ਠੀਕ ਆ ਨਾ। ਜਿਹੜੇ ਆਹ ਦੋ ਤਰੀਕੇ ਦੇ ਬੰਦੇ ਹੁੰਦੇ ਆ, ਇਹ ਹਮੇਸ਼ਾ ਜਦ ਵੀ ਆਪਣੀ ਕੋਈ ਚੀਜ਼ ਦਾ ਡਿਸੀਜਨ ਲੈਂਦੇ ਆ ਕਿ ਜੌਬ ਦੇਖਣਾ ਜਾਂ ਆਪਣਾ ਕੋਈ ਕਰੀਅਰ, ਉਹਦੇ ਲਈ ਸਭ ਤੋਂ ਮੁੱਖ ਇਹ ਇਨਕਮ ਨੂੰ ਰੱਖਦੇ ਆ। ਇਸ ਚੀਜ਼ ਨਾਲ ਕਿੰਨਾ ਕੁ ਐਗਰੀ ਲੋਕੀ ਰੱਖਦੇ ਆ, ਨਹੀਂ ਰੱਖਦੇ, ਕੀ ਕਰਦੇ ਆ। ਹੁਣ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਦੇਖੋ, ਮੈਂ ਤੁਹਾਨੂੰ ਇੱਕ ਬੇਸਿਕ ਆਈਡੀਆ ਦਿੰਦਾ ਕਿ ਚੱਲਦਾ ਕੀ ਹੈ। ਉਸ ਤੋਂ ਬਾਅਦ 'ਚ ਆਪਾਂ ਦੇਖਾਂਗੇ ਕੀ ਬੋਡੀ ਪੈਰਾਗ੍ਰਾਫ 'ਚ ਲਿਖਣਾ, ਕੀ ਇੰਟਰੋਡਕਸ਼ਨਸ ਲਿਖਣਾ, ਕੀ ਰਿਜ਼ਲਟ ਹੋਊਗਾ, ਠੀਕ ਹੈ। ਸਭ ਤੋਂ ਪਹਿਲੇ ਨੰਬਰ 'ਤੇ ਇਹਨਾਂ ਨੇ ਸਾਨੂੰ ਟੂ ਵਟ ਐਕਸਟੈਂਟ ਕਿਹਾ ਤੇ 90% ਕੇਸਿਸ ਦੇ ਵਿੱਚ ਜੇ ਤੁਸੀਂ 70-30 ਕਰੋਗੇ ਤਾਂ ਤੁਸੀਂ ਕਾਫੀ ਜ਼ਿਆਦਾ ਬੈਨੀਫਿਟ 'ਚ ਰਹੋਗੇ। ਆਈਡੀਆਜ਼ ਤੁਹਾਨੂੰ ਮਿਲਣੇ ਆ, ਠੀਕ ਹੈ। ਜਦ ਤੁਹਾਡੇ ਕੋਲ ਟੂ ਵਟ ਐਕਸਟੈਂਟ ਆ ਗਿਆ, ਜਾਂ ਤੁਹਾਡੇ ਕੋਲ ਇਕੱਲਾ ਡੂ ਯੂ ਐਗਰੀ ਔਰ ਡਿਸਐਗਰੀ ਆ ਗਿਆ ਤਾਂ ਤੁਸੀਂ ਇੱਕੋ ਪਾਸੇ ਜਾਣਾ ਹੁੰਦਾ, ਠੀਕ ਹੈ ਨਾ। ਜੇ ਆ ਜਾਂਦਾ ਹਾਊ ਫਾਰ ਡੂ ਯੂ ਐਗਰੀ ਐਂਡ ਡਿਸਐਗਰੀ, ਫਿਰ ਤੁਸੀਂ ਦੋਨੋਂ ਦੱਸਣੇ ਹੁੰਦੇ ਆ। ਇਹਦੇ ਵਿੱਚ ਤੁਹਾਡੇ ਕੋਲ ਚੋਇਸ ਹੁੰਦੀ ਹੈ, ਜੋ ਮਰਜ਼ੀ ਕਰ ਲਓ। ਹੁਣ ਤੁਹਾਨੂੰ ਇੱਕ ਬੇਸਿਕ ਚੀਜ਼ ਦੱਸਦਾ, ਕੋਈ ਵੀ ਬੰਦਾ ਜਦ ਆਪਣੇ ਕਰੀਅਰ 'ਚ ਜਾਂਦਾ, ਠੀਕ ਹੈ ਨਾ, ਆਪਣੇ ਕਰੀਅਰ 'ਚ ਜਾਂਦਾ ਜਾਂ ਕਿਸੇ ਵੀ ਜੌਬ 'ਚ ਜਾਂਦਾ, ਕਦ ਲਈ ਜਾਂਦਾ? ਪੈਸਾ ਕਮਾਉਣ ਜਾਂਦਾ। ਬਹੁਤ ਰੇਅਰ ਚਾਂਸਿਸ ਹੁੰਦੇ ਆ ਕਿ ਬੰਦੇ ਆਪਣੇ ਪੈਸ਼ਨ ਨੂੰ ਫੋਲੋ ਕਰਦੇ ਆ, ਭਾਵੇਂ ਪੈਸਾ ਆਵੇ ਚਾਹੇ ਨਾ ਆਵੇ, ਬਟ ਉਹ ਬੰਦੇ ਉਸ ਪੈਸ਼ਨ ਨੂੰ ਪ੍ਰੋਫੈਸ਼ਨ ਬਣਾ ਲੈਂਦੇ ਆ, ਠੀਕ ਆ, ਬਿਨਾਂ ਪੈਸੇ। ਸਟਾਰਟਿੰਗ ਬਿਨਾਂ ਪੈਸੇ ਤੋਂ ਕਰਦੇ ਆ, ਬਟ ਉਹਨਾਂ ਦੀ ਐਂਡਿੰਗ ਬਹੁਤ ਜ਼ਿਆਦਾ ਕਰੋੜਪਤੀ ਬਣ ਕੇ ਹੁੰਦੀ ਹੈ ਐਸੇ ਬੰਦਿਆਂ ਦੀ, ਠੀਕ ਆ। ਤੇ ਉਹਨਾਂ ਦੇ ਰਿਲੇਟਡ ਗੱਲ ਹੈ ਹਰਵਿੰਦਰ ਟੌਪਿਕ ਦੇ ਵਿੱਚ ਕਿ the most important consideration when choosing any career or job is having a high income। ਪਹਿਲਾਂ ਆਪਾਂ ਐਗਰੀ ਪੁਆਇੰਟ ਦੇਖਦੇ ਹਾਂ। ਹੁਣ ਆਪਾਂ ਉਹਨੇ ਇਹਦੇ ਵਿੱਚ ਕਿ ਲਿਖਣਾ ਕੀ ਆ। ਇੰਟਰੋਡਕਸ਼ਨ ਤਾਂ ਦੇਖੋ ਇੱਕ ਸਿੰਪਲ ਜੀ ਬਣਾ ਸਕਦੇ ਹਾਂ ਆਪਾਂ ਕਿ it is undeniable fact that money plays a vital role for each and every person while doing any type of job and work, ਠੀਕ ਆ ਨਾ। ਇੱਦਾਂ ਦੀ ਸਟਾਰਟਿੰਗ ਕਰਤੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਆਪਣਾ ਸਿੱਧਾ ਆਪਣਾ ਪੁਆਇੰਟ ਆਫ ਵਿਊ ਰੱਖ ਦੇਣਾ। ਆਈ ਫਰਮਲੀ ਜਾਂ ਆਈ ਪਾਰਸ਼ਲੀ ਬਿਲੀਵ, ਪਾਰਸ਼ਲੀ ਕਹਿ ਦੋਗੇ ਤਾਂ ਜ਼ਿਆਦਾ ਬੈਟਰ ਹੋਊਗਾ, ਠੀਕ ਆ। ਆਈ ਪਾਰਸ਼ਲੀ ਬਿਲੀਵ that people most of the time choose any of the job and career by its earning या by its pay rate, ठीक है ना। This essay shall be discussing the facts that why people choose and do they choose or not according to the high income scale, ठीक है ना। कि ਇਹ ਜਿਹੜਾ ਐਸੇ ਡਿਸਕਸ ਕਰਾਂਗੇ ਦੱਸੂਗਾ ਉਹ ਚੂਜ਼ ਕਿਉਂ ਕਰਦੇ ਨੇ ਤੇ ਕਰਦੇ ਵੀ ਨੇ ਜਾਂ ਨਹੀਂ ਕਰਦੇ, ਸਾਰਾ ਕੁਝ ਦੱਸੂਗਾ। ਹੁਣ ਜਿਹੜਾ ਫਸਟ ਸਾਡਾ ਬੋਡੀ ਪੈਰਾਗ੍ਰਾਫ ਬਣਾਵਾਂਗੇ ਉਹਦੇ ਵਿੱਚ ਆਪਾਂ 70% ਇਨਫੋਰਮੇਸ਼ਨ ਦੇਵਾਂਗੇ, ਠੀਕ ਆ। ਕਿਹਦੀ? ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਆ, ਜੇ ਤੁਸੀਂ ਪਾਰਸ਼ਲੀ ਐਗਰੀ ਹੋ ਰਹੇ ਹੋ ਤਾਂ ਤੁਸੀਂ 70% ਐਗਰੀ ਦਾ ਪੁਆਇੰਟ ਲਿਖੋਗੇ, 30% ਡਿਸਐਗਰੀ ਦਾ ਪੁਆਇੰਟ ਲਿਖੋਗੇ। ਜੇ ਤੁਸੀਂ ਪਾਰਸ਼ਲੀ ਡਿਸਐਗਰੀ ਹੋ ਰਹੇ ਹੋ ਤਾਂ 70% ਤੁਸੀਂ ਡਿਸਐਗਰੀ ਪੁਆਇੰਟ ਲਿਖੋਗੇ, 30% ਤੁਸੀਂ ਐਗਰੀ ਪੁਆਇੰਟ ਲਿਖੋਗੇ। ਜੇ ਤੁਸੀਂ ਫਰਮਲੀ ਐਗਰੀ ਹੋ ਰਹੇ ਹੋ ਤਾਂ 100% ਤੁਸੀਂ ਐਗਰੀ ਪੁਆਇੰਟ ਲਿਖੋਗੇ। ਜੇ ਫਰਮਲੀ ਤੁਸੀਂ ਡਿਸਐਗਰੀ ਹੋ ਰਹੇ ਹੋ ਤਾਂ ਤੁਸੀਂ 100% ਡਿਸਐਗਰੀ ਪੁਆਇੰਟ ਲਿਖੋਗੇ। ਜੇ ਤੁਸੀਂ ਕਹਿ ਰਹੇ ਹੋ ਆਈ ਹੈਵ ਮਿਕਸਡ ਓਪੀਨੀਅਨ
ਤਾਂ 50-50 ਲਿਖੋਗੇ, 50% ਐਗਰੀ 50% ਡਿਸਐਗਰੀ। ਕਲੀਅਰ ਹੈ? ਹੁਣ ਉਸ ਤੋਂ ਬਾਅਦ ਦੇ ਵਿੱਚ ਜਾਂ ਹੁਣ ਆਪਾਂ ਇਹਦੇ ਵਿੱਚ ਪਾਰਸ਼ਲੀ ਐਗਰੀ ਕਹਤਾ, 70% ਆਪਾਂ ਐਗਰੀ ਦੱਸਾਂਗੇ। ਐਗਰੀ ਕੀ, ਐਗਰੀ ਹੋਏ ਤੇ ਕੀ ਚੀਜ਼ ਬਣਦੀ ਆ ਕਿ ਹਾਂ ਬਹੁਤ ਸਾਰੇ ਲੋਕੀ ਐਸੇ ਜਿਹੜੇ ਪੈਸਾ ਦੇ ਕੇ ਆਪਣਾ ਕੰਮ ਕਰਦੇ ਆ, ਠੀਕ ਆ, ਵੀ ਪੈਸਾ ਦੇ ਕੇ ਕੋਈ ਵੀ ਜੌਬ ਚੂਜ਼ ਕਰਦੇ ਆ, ਕੋਈ ਵੀ ਸਟੱਡੀ ਚੂਜ਼ ਕਰਦੇ ਆ, ਕੋਈ ਵੀ ਫੀਲਡ ਚੂਜ਼ ਕਰਦੇ ਆ, ਕੋਈ ਵੀ ਕਰੀਅਰ ਚੂਜ਼ ਕਰਦੇ ਆ ਪੈਸਾ ਦੇ ਕੇ। ਹਾਂਜੀ, ਇਹ ਚੀਜ਼ ਹੁੰਦੀ ਆ, ਠੀਕ ਹੈ ਨਾ। ਆਪਾਂ ਇਹਦੇ ਵਿੱਚ ਤੁਹਾਨੂੰ ਇੱਕ ਬੇਸਿਕ ਮੋਟਾ ਜਿਹਾ ਆਈਡੀਆ ਦੇਣਾ ਫਸਟ ਬਾਡੀ ਪੈਰਾਗ੍ਰਾਫ ਦੇ ਵਿੱਚ ਕੀ ਲਿਖਣਾ, ਕਿ ਇਹ ਚੀਜ਼ ਮੋਸਟਲੀ ਅੱਜ ਕੱਲ੍ਹ ਹੁੰਦੀ ਜਾ ਰਹੀ ਆ। ਤੇ ਮੋਸਟਲੀ ਜਿਹੜੀ ਆਹ ਚੀਜ਼ ਆ ਕਿ ਨਾ ਲੋਕੀ ਆਪਣਾ ਕਰੀਅਰ, ਆਪਣੀ ਜੌਬ ਨੂੰ ਚੂਜ਼ ਕਰਦੇ ਆ ਪੈਸਾ ਦੇ ਕੇ, ਇਹ ਡਿਵੈਲਪਿੰਗ ਕੰਟਰੀਜ਼ 'ਚ ਵੱਧ ਹੋ ਰਿਹਾ, ਠੀਕ ਆ। ਨਾਲ ਐਗਜ਼ਾਮਪਲ ਦੇ ਦੇਣੀ ਆ, ਇੰਡੀਆ, ਬੰਗਲਾਦੇਸ਼, ਪਾਕਿਸਤਾਨ, ਹੈ ਨਾ, ਅਫਰੀਕਾ ਐਕਸੈਕਟਰਾ ਦੇ ਦੇਣੀ ਆਪਾਂ ਇਹਦੇ ਨਾਲ, ਆਪਾਂ ਕਹਿ ਸਕਦੇ ਐਗਜ਼ਾਮਪਲ ਦੇ ਦੇਣੀ ਆ। ਬਿਕੋਜ਼ ਉੱਥੇ ਲੋਕੀ ਨੇ ਜਿਹੜੇ ਉਹ ਮਨੀ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਆ ਇੰਸਟੈਡ ਆਫ ਡੂਇੰਗ ਐਨੀ ਟਾਈਪ ਆਫ ਪੈਸ਼ਨ ਐਂਡ ਹੌਬੀ, ਠੀਕ ਹੈ ਨਾ। ਸੋ ਉਹਨਾਂ ਲਈ ਪੈਸ਼ਨ ਤੇ ਹੌਬੀ ਇੱਕ ਐਸੀ ਚੀਜ਼ ਹੈ ਜਿਹੜੀ ਹੋਵੇ ਜਾਂ ਨਾ ਹੋਵੇ, ਕੋਈ ਉਹਨਾਂ ਲਈ ਜ਼ਿਆਦਾ ਇੰਨਾ ਮੈਟਰ ਨਹੀਂ ਕਰਦਾ। ਬਿਕੋਜ਼ ਉਹਨਾਂ ਦੀਆਂ ਬੇਸਿਕ ਨੈਸੈਸਿਟੀਜ਼ ਹੀ ਨਹੀਂ ਪੂਰੀਆਂ ਹੈਗੀਆਂ, ਐਸੈਂਸ਼ੀਅਲ ਕਮੋਡਿਟੀਜ਼ ਹੀ ਜੇ ਬੰਦੇ ਕੋਲ ਹੈ ਨਹੀਂ ਗੀਆਂ ਤਾਂ ਪੈਸ਼ਨ ਤੇ ਪ੍ਰੋਫੈਸ਼ਨ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ ਜੇ ਬੰਦੇ ਕੋਲ ਖਾਣ ਨੂੰ ਰੋਟੀ ਹੋਏ ਨਹੀਂ। ਸੋ ਉਹਨਾਂ ਲੋਕਾਂ ਦੀ ਜਿਹੜੀ ਐਵਰੇਜ ਪੇ ਰੇਟ ਆ, ਹੈ ਨਾ, ਐਸੇ ਦੇਸ਼, ਹੈ ਨਾ, ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਦੱਸਦਾ, ਇਹ 'ਚ ਦੋ ਤਰੀਕੇ ਦੀ ਗੱਲ ਕਰਨੀ ਹੈ। ਪਹਿਲੇ ਬਾਡੀ ਪੈਰਾਗ੍ਰਾਫ ਜਿੱਥੇ ਆਪਾਂ 70% ਐਗਰੀ ਦਾ ਪੁਆਇੰਟ ਦੇਖਣਾ, ਉੱਥੇ ਆਪਾਂ ਡਿਵੈਲਪਿੰਗ ਕੰਟਰੀਜ਼ ਦੀ ਗੱਲ ਕਰ ਸਕਦੇ ਹਾਂ ਜਿੱਥੇ ਲੋਕੀ ਪੈਸਾ ਦੇਖ ਕੇ ਜੌਬ 'ਚ ਲੱਗਦੇ ਆ। ਜਿਹੜਾ 30% ਦੱਸਣਾ ਉੱਥੇ ਡਿਵੈਲਪਡ ਕੰਟਰੀ ਦੀ ਗੱਲ ਕਰਦੇ ਨੇ, ਅਮਰੀਕਾ ਵਗੈਰਾ, ਜਿੱਥੇ ਲੋਕਾਂ ਨੂੰ ਪੈਸੇ ਤੱਕ ਕੋਈ ਨਹੀਂ, ਕਿਉਂਕਿ ਸਰਕਾਰ ਪੈਸਾ ਦੇ ਰਹੀ ਆ ਖਾਣ ਪੀਣ ਜੋਗਾ, ਤਾਂ ਉਹਨਾਂ ਨੇ ਆਪਣੇ ਸ਼ੌਂਕ ਪਗਾਉਣ ਲਈ ਲੱਗਦੇ ਆ ਉਹ ਕਿਸੇ ਕੰਮ 'ਤੇ। ਹੁਣ ਜਦ ਸ਼ੌਂਕੀਆ ਤੌਰ 'ਤੇ ਬੰਦਾ ਲੱਗੂਗਾ ਤਾਂ ਬੰਦਾ ਉਹਦੇ ਵਿੱਚ ਆਪਣਾ 100% ਦਊਗਾ ਵੀ, 100% ਦੇ ਰਿਹਾ ਤਾਂ ਕੰਟਰੀਜ਼ ਹੋਰ ਜ਼ਿਆਦਾ ਡਿਵੈਲਪ ਹੁੰਦੀਆਂ ਜਾ ਰਹੀਆਂ, ਠੀਕ ਆ। ਅਤੇ ਜਿਹੜੇ ਲੋਕੀ ਸਿਰਫ ਪੈਸਾ ਕਮਾਉਣ ਲਈ ਲੱਗਦੇ ਆ, ਜੇ 100% ਪ੍ਰੋਡਕਟੀਵਿਟੀ ਦੇ ਸਕਦੇ ਆ ਤਾਂ ਉਹਦੇ ਵਿੱਚ ਸਿਰਫ 10 ਜਾਂ 20 ਦਿੰਦੇ ਆ ਤਾਂ ਜੋ ਉਹਨਾਂ ਨੂੰ ਕੰਮ ਤੋਂ ਨਾ ਕੱਢਣ ਅਤੇ ਉਹਨਾਂ ਦਾ ਹੀ ਰੋਟੀ ਪਾਣੀ ਚੱਲਦਾ ਰਹੇ। ਇਸ ਕਰਕੇ ਉਹ ਕੰਟਰੀਜ਼ ਵੀ ਡਿਵੈਲਪ ਨਹੀਂ ਹੋ ਰਹੀਆਂ ਤਾਂ ਇੱਕ ਲੂਪ ਦੇ ਵਿੱਚ ਫਸੇ ਹੋਏ ਆ ਕਿ ਉਹਨਾਂ ਨੇ ਇਸੇ ਲੂਪ 'ਚ ਘੁੰਮੀ ਜਾਣਾ। ਕਮੋਡਿਟੀਜ਼ ਆ ਗਈਆਂ, ਮਤਲਬ ਖਾਣ ਪੀਣ ਦੀਆਂ ਚੀਜ਼ਾਂ ਆ ਗਈਆਂ ਜਾਂ ਨੋਰਮਲੀ ਘਰੇਲੂ ਸਮਾਨ ਆ ਗਿਆ, ਹਾਊਸ ਹੋਲਡ ਚੀਜ਼ਾਂ ਆ ਗਈਆਂ ਅਤੇ ਲੱਗ ਗਈਆਂ, ਦੁਬਾਰਾ ਫੇਰ ਕਮਾਇਆ, ਦੁਬਾਰਾ ਫੇਰ ਆ ਗਈਆਂ, ਠੀਕ ਆ। ਆਹ ਚੀਜ਼ ਆ। ਹੁਣ ਦੇਖੋ ਆਪਾਂ 70% 'ਤੇ ਲਿਖਣਾਗੇ, ਇੱਕ ਬੇਸਿਕ ਆਈਡੀਆ ਤਾਂ ਆਪਣਾ ਹੋ ਗਿਆ ਵੀ ਕੀ ਲਿਖਣਾ ਕੀ ਨਹੀਂ, ਹੈ ਨਾ, ਹਲਕਾ ਜਿਹਾ ਕਲੀਅਰ ਹੋਇਆ ਮੇ ਵੀ ਸ਼ਾਇਦ। ਹੁਣ ਚੰਗੀ ਤਰੀਕੇ ਨਾਲ ਕਲੀਅਰ ਕਰਦੇ ਹਾਂ ਕੀ ਲਿਖਣਾ। ਜਿਹੜਾ ਫਸਟ ਬਾਡੀ ਪੈਰਾਗ੍ਰਾਫ ਉਹ 'ਚ ਆਪਾਂ ਕੀ ਲਿਖਣਾ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਡਿਵੈਲਪਿੰਗ ਕੰਟਰੀਜ਼ 'ਚ ਮੋਸਟਲੀ ਪੀਪਲ ਨੇ ਜਿਹੜੇ, ਇਹਨੂੰ ਇੱਕ ਤਰੀਕੇ ਨਾਲ ਲਿਖਣਾ। ਇਕੱਲਾ ਡਿਵੈਲਪਿੰਗ ਕੰਟਰੀ ਸਿੱਧਾ ਲਿਖਤਾ ਜੇ ਤੁਸੀਂ ਤਾਂ ਟਾਸਕ ਰਿਸਪੌਂਸ ਕੱਟਿਆ ਜਾਣਾ, ਬਿਕੋਜ਼ ਉਹਨੂੰ ਕਿਤੇ ਵੀ ਡਿਵੈਲਪਿੰਗ ਜਾਂ ਡਿਵੈਲਪਡ ਕੰਟਰੀਜ਼ ਨਹੀਂ ਪਾਇਆ, ਠੀਕ ਆ। ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲਿਖਣਾ ਕਿ to begin with ਜਾਂ to commence, most of the people nowadays are preferring high pay rate jobs instead of their favorite jobs because their favorite jobs are not paying them well. So that is why most of the people are prioritizing the jobs which are having a lot of money, which are having a potential to give a lot of money. It is mostly happening in the developing countries. ਇਸ ਤਰੀਕੇ ਨਾਲ ਇਹਨੂੰ ਲਾਉਣਾ, ਠੀਕ ਹੈ ਨਾ। ਹੁਣ ਜਦ ਆਪਾਂ ਕਹਿੰਦਾ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਆਹ ਚੀਜ਼ ਹੋ ਰਹੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੀਜ਼ ਕਹਿ ਦੇਣੀ ਆ ਕਿ ਕਿਉਂ ਹੋ ਰਹੀ ਆ, ਕਿਉਂਕਿ ਲੋਕੀ ਨੇ ਉਹ ਤਾਜ਼ੇ ਆਜ਼ਾਦ ਹੋਏ ਨੇ, ਠੀਕ ਆ ਨਾ। ਜਿਹੜੀ ਕਾਮਨਵੈਲਥ ਕੰਟਰੀਜ਼ ਨੇ ਤਾਜ਼ੇ ਉਹਨਾਂ ਚੀਜ਼ਾਂ 'ਚ, ਉਹਨਾਂ ਥਾਵਾਂ 'ਤੇ ਲੋਕੀ ਆਜ਼ਾਦ ਹੋਇਆ ਅਤੇ ਉਹਨਾਂ ਕੋਲ ਇੰਨਾ ਜ਼ਿਆਦਾ ਕੈਪੀਟਲ ਨਹੀਂ ਹੈ, ਠੀਕ ਆ, ਕਿ ਆਪਣੇ ਪੈਸ਼ਨ ਨੂੰ ਪਰਸਿਊ ਕਰ ਸਕਣ, ਆਪਣੀ ਲਿਵਿੰਗ ਸਟੈਂਡਰਡਸ ਨੂੰ ਸਹੀ ਕਰ ਸਕਣ, ਠੀਕ ਆ ਨਾ। ਉਹਨਾਂ ਦੇ ਕੋਲ ਲਿਮਿਟਡ ਅਮਾਊਂਟ ਆਫ ਰਿਸੋਰਸਿਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਹੀ ਇਸਤੇਮਾਲ ਕਰਕੇ ਪਹਿਲੇ ਨੰਬਰ 'ਤੇ ਆਪਣੀ ਫੈਮਿਲੀ ਸਟੇਬਲ ਕਰਨੀ ਹੈ, ਦੂਸਰੇ ਨੰਬਰ ਦੇ ਉੱਤੇ ਆਪਣੀ ਲਾਈਫ ਸਟੇਬਲ ਕਰਨੀ ਹੈ, ਤੀਸਰੇ ਨੰਬਰ ਦੇ ਉੱਤੇ ਆਪਣੇ ਕਿਸੇ ਵੀ ਜਿਹੜਾ ਪੈਸ਼ਨ ਆ ਉਹਨੂੰ ਫੋਲੋ ਕਰ ਸਕਦੇ ਆ। ਸੋ ਦੈਟ ਇਜ਼ ਵਾਈ ਐਸੇ ਲੋਕ ਜਿਹੜੇ ਪੜ੍ਹਦੇ ਬਹੁਤ ਔਖੇ ਤਰੀਕੇ ਦੇ ਨਾਲ ਨੇ, ਉਹ ਹਮੇਸ਼ਾ ਪ੍ਰਾਇੋਰਟੀ ਦੇ ਵਿੱਚ ਰੱਖਦੇ ਆ ਹਾਈ ਪੇਡ ਜੌਬਸ ਨੂੰ। ਸੋ ਦੈਟ ਇਜ਼ ਵਾਈ ਮੋਸਟ ਆਫ ਦਾ ਪੀਪਲ ਨੇ ਜਿਹੜੇ ਅੱਜ ਕੱਲ੍ਹ ਦੀ ਟਾਈਮ ਦੇ ਵਿੱਚ ਉਹ ਐਸੀਆਂ ਜੌਬਸ ਲੈ ਰਿਹਾ ਜਿਹੜੀਆਂ ਕਿ ਹਾਈ ਪੇ ਰੇਟ ਦੀਆਂ ਹੁੰਦੀਆਂ ਅਤੇ ਉਹਨਾਂ ਨੂੰ ਹੀ ਉਹ ਪ੍ਰਾਇੋਰਟੀ ਦਿੰਦੇ ਆ ਇੰਸਟੈਡ ਆਫ ਆਪਣਾ ਕੋਈ ਵੀ ਪਸੰਦ ਆ ਜਿਹਦੇ। ਤੁਹਾਨੂੰ ਇੱਕ ਪੰਜਾਬੀ 'ਚ ਐਗਜ਼ਾਮਪਲ ਦਿੰਦਾ, ਲਾਈਕ ਕੋਈ ਬੰਦਾ ਉਹਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਫੁੱਟਬਾਲ ਖੇਲਣੀ ਆਉਂਦੀ ਹੈ, ਠੀਕ ਆ,
ਮੰਨੋ ਉਹ ਅਫਰੀਕਾ 'ਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਫੁੱਟਬਾਲ ਆਉਂਦੀ ਆ ਉਹਨੂੰ ਖੇਲਣੀ, ਠੀਕ ਹੈ ਨਾ। ਤੇ ਬਟ ਉਹ ਨਾਲ ਦੀ ਨਾਲ ਉਹਨੇ ਬੀਟੈਕ ਵੀ ਕੀਤੀ ਹੋਈ ਆ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਆ ਉਹਨੇ, ਠੀਕ ਆ। ਤੇ ਹੁਣ ਉਹ ਕੀ ਦੇਖਦਾ ਕਿ ਉਹਨੂੰ ਇੱਕ ਸਕੂਲ ਦੇ ਵਿੱਚ ਜਾਂ ਇੱਕ ਕਾਲਜ ਦੇ ਵਿੱਚ ਟੀਚਰ ਦੀ ਜੋਬ ਮਿਲਦੀ ਆ 6000 ਰੁਪਈਆ ਮਹੀਨਾ ਫੁੱਟਬਾਲ ਦਾ ਕੋਚ ਲੱਗਣ ਦੀ, ਠੀਕ ਹੈ ਨਾ। ਤੇ ਹੁਣ ਬੀਟੈਕ ਕੀਤੀ ਹੋਈ ਆ ਤੇ ਉਸੇ ਕਾਲਜ ਦੇ ਵਿੱਚ ਕੰਪਿਊਟਰ ਟੀਚਰ ਬਣ ਕੇ ਐਜ਼ ਅ ਬੀਟੈਕ ਟੀਚਰ ਬਣ ਕੇ, ਹੈ ਨਾ, ਉਹਨੂੰ ਮਿਲ ਰਿਹਾ 50000 ਰੁਪਈਆ ਮਹੀਨਾ। ਕਿਹੜੀ ਜੋਬ ਲਊ ਉਹ? ਜਿਹੜੀ 'ਚ ਉਹਨੂੰ ਐਕਚੁਅਲ 'ਚ ਜਿਹੜੀ ਚੀਜ਼ ਪਸੰਦ ਆ ਉਹਨੂੰ ਫੁੱਟਬਾਲ ਉਹ ਲਊ ਕਿ ਜਿਹਦੇ 'ਚ 50000 ਰੁਪਈਆ ਮਹੀਨਾ ਲਗਭਗ 10 ਗੁਣਾ ਸੈਲਰੀ ਮਿਲ ਰਹੀ ਆ। ਉਹ ਓਬਵੀਅਸਲੀ 10 ਗੁਣਾ ਸੈਲਰੀ ਨੂੰ ਲਊਗਾ ਬਿਕੋਜ਼ ਫਾਈਨੈਂਸ਼ੀਅਲ ਉਹਦੇ ਪਹਿਲਾਂ ਹੀ ਨਹੀਂ ਸੈੱਟ ਹੈਗੇ। ਹੁਣ ਜੇ ਉਹਨੂੰ ਕੋਈ ਚੀਜ਼ ਮਿਲ ਰਹੀ ਉਹ ਓਪਰਚੁਨਿਟੀ ਨਹੀਂ ਛੱਡੂਗਾ। ਤੇ ਉਹ ਸਾਰੇ ਇੱਕ ਤਰੀਕੇ ਨਾਲ ਪ੍ਰੋਗਰਾਮ ਹੋ ਗਏ ਨੇ, ਇੱਕ ਤਰੀਕੇ ਨਾਲ ਉਹਨਾਂ ਦੀ ਕੰਡੀਸ਼ਨਿੰਗ ਐਸੀ ਆ ਕਿ ਉਹ ਸਭ ਤੋਂ ਪਹਿਲੇ ਨੰਬਰ 'ਤੇ ਮਨੀ ਨੂੰ ਪ੍ਰਾਇੋਰਟੀ ਦਿੰਦੇ ਆ। ਕਿਸੇ ਹੱਦ ਤੱਕ ਸਹੀ ਵੀ ਆ ਚੀਜ਼, ਠੀਕ ਆ। ਸੋ ਆਹ ਰੀਜ਼ਨ ਹੈ ਕਿ ਮੋਸਟ ਆਫ ਦਾ ਪੀਪਲ 70%, ਆਪਾਂ ਕਹਿ ਸਕਦੇ 70% ਪੋਰਸ਼ਨ ਦੇ ਵਿੱਚ, ਕਿ ਮੋਸਟ ਆਫ ਦਾ ਪੀਪਲ ਮਨੀ ਨੂੰ ਪ੍ਰਾਇੋਰਟੀ ਦਿੰਦੇ ਆ ਜਦ ਵੀ ਕੋਈ ਕਰੀਅਰ ਜਾਂ ਜੌਬ ਚੂਜ਼ ਕਰਦੇ ਆ। ਪਹਿਲਾ ਪੁਆਇੰਟ ਆਈ ਥਿੰਕ ਕਲੀਅਰ ਆ। ਸੈਕਿੰਡ ਪੁਆਇੰਟ ਦੇ ਵਿੱਚ ਆਪਾਂ ਕੀ ਚੀਜ਼ ਲਿਖਣੀ ਹੈ? ਡਿਵੈਲਪਡ ਕੰਟਰੀਜ਼ ਪਾਉਣਾ ਇੱਕ ਤਰੀਕੇ ਦੇ ਨਾਲ ਪਾਉਣਾ, ਠੀਕ ਹੈ ਨਾ, ਕਿ ਲੋਕੀ ਜਿਹੜੇ ਨੇ ਹਾਈ ਇਨਕਮ ਨੂੰ ਜਾਂ ਜੌਬਸ ਨੂੰ ਕੰਸੀਡਰ ਨਹੀਂ ਕਰਦੇ, ਹੈ ਨਾ, ਹਾਈ ਇਨਕਮ ਜੌਬਸ ਨੂੰ ਕੰਸੀਡਰ ਨਹੀਂ ਕਰਦੇ ਹੈਗੇ ਜਦ ਕੋਈ ਵੀ ਜੌਬ ਜਾਂ ਕਰੀਅਰ ਦੇ ਵਿੱਚ ਜਾਂਦੇ ਆ। ਹੁਣ ਇਹ ਚੀਜ਼ ਕਿੱਥੇ ਪੋਸੀਬਲ ਆ? ਤੁਸੀਂ ਕਦ ਕਹਿ ਸਕਦੇ ਹੋ ਕਿ ਵੀ ਮੈਂ 50000 ਦੀ ਨੌਕਰੀ ਛੱਡੂੰ ਤੇ ਸਿਰਫ 10000 ਦੀ ਨੌਕਰੀ ਲਊਂ ਕਿਉਂਕਿ 10000 ਦੀ ਨੌਕਰੀ 'ਚ ਮੇਰਾ ਜੀ ਲੱਗਦਾ? ਇਹ ਇੱਕੋ ਥਾਂ 'ਤੇ ਪੋਸੀਬਲ ਆ ਜੇ ਤੁਹਾਡੇ ਕੋਲ ਪਹਿਲਾਂ ਹੀ ਕੋਈ ਰੁਪਈਆ ਹੈਗਾ ਕਾਫੀ ਜ਼ਿਆਦਾ, ਠੀਕ ਹੈ। ਬਿਕੋਜ਼ ਕਈ ਲੋਕੀ ਕੀ ਹੁੰਦੇ ਆ, ਸਿਰਫ ਸ਼ੌਂਕੀਆ ਤੌਰ 'ਤੇ ਕੰਮ 'ਤੇ ਲੱਗੇ ਹੁੰਦੇ ਆ, ਸ਼ੌਂਕੀਆ ਤੌਰ 'ਤੇ ਐਜ਼ ਅ ਡਾਕਟਰ ਲੱਗੇ ਹੁੰਦੇ ਆ, ਸ਼ੌਂਕੀਆ ਤੌਰ 'ਤੇ ਕਿਤੇ ਨਾ ਕਿਤੇ ਲੱਗੇ ਹੁੰਦੇ ਆ, ਠੀਕ ਹੈ ਨਾ। ਭਾਵੇਂ ਲਾ ਲਓ ਕਿਸੇ ਫੂਡ ਸਟਾਲ 'ਤੇ ਲੱਗ ਗਏ ਵੀ ਹਾਂ ਉਹਨਾਂ ਨੂੰ ਕੋਈ ਨਾ ਕੋਈ ਐਕਸਪੀਰੀਅੰਸ ਮਿਲ ਰਿਹਾ ਜਾਂ ਕੋਈ ਚੀਜ਼ ਗੇਨ ਕਰ ਰਹੇ ਨੇ ਉਸ ਚੀਜ਼ 'ਚੋਂ, ਉਹਨਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੁੰਦਾ। ਇਹ ਚੀਜ਼ ਦੇ ਵਿੱਚ ਆਪਾਂ ਚੀਜ਼ ਕਹਿ ਸਕਦੇ ਹਾਂ ਇੰਟਰਨਸ਼ਿਪ ਪਾ ਸਕਦੇ ਹਾਂ ਆਪਾਂ, ਠੀਕ ਆ। ਅਨਪੇਡ ਇੰਟਰਨਸ਼ਿਪ ਕਹਿ ਸਕਦੇ ਹਾਂ ਇਹਦੇ ਵਿੱਚ। ਅਨਪੇਡ ਇੰਟਰਨਸ਼ਿਪ ਦਾ ਮਤਲਬ ਕੀ ਹੁੰਦਾ? ਐਸਾ ਵਰਕ ਜਿਹੜਾ ਤੁਸੀਂ ਕਿਸੇ ਕੰਪਨੀ ਜਾਂ ਕਿਸੇ ਪਰਸਨ ਦੇ ਲਈ ਕਰਦੇ ਹੋ ਜਿਹਨੂੰ ਕਰਨ ਲਈ ਤੁਹਾਨੂੰ ਪੈਸੇ ਨਹੀਂ ਮਿਲਦੇ, ਤੇ ਤੁਸੀਂ ਉਸ ਬੰਦੇ ਲਈ ਫ੍ਰੀ 'ਚੋਂ ਕੰਮ ਕਰਦੇ ਹੋ। ਬਟ ਉਹ ਕੰਮ ਨੂੰ ਕਰਕੇ ਤੁਹਾਡੇ ਅੰਦਰ ਜਿਹੜੀ ਸਕਿੱਲਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਡਿਵੈਲਪ ਹੁੰਦੀਆਂ ਨੇ, ਕਿਉਂਕਿ ਜਿਹੜਾ ਬੰਦਾ ਹੁੰਦਾ ਉਹ ਪਰਟੀਕੂਲਰ ਚੀਜ਼ ਦੇ ਵਿੱਚ ਮਾਹਿਰ ਹੁੰਦਾ ਤੇ ਤੁਸੀਂ ਉਹਦੇ ਐਜ਼ ਅ ਅਸਿਸਟੈਂਟ ਕੰਮ ਕਰ ਰਹੇ ਹੁੰਦੇ ਹੋ, ਤੇ ਤੁਸੀਂ ਸਿਰਫ ਇੱਕ ਤਰੀਕੇ ਦਾ ਐਕਸਪੀਰੀਅੰਸ ਗੇਨ ਕਰ ਰਹੇ ਨੇ। ਐਸੇ ਬੰਦੇ ਪਹਿਲੇ ਨੰਬਰ 'ਤੇ ਜਿਹੜੇ ਸਿਰਫ ਐਕਸਪੀਰੀਅੰਸ ਗੇਨ ਕਰਨ ਲਈ ਜਾਂਦੇ ਆ, ਕੁਛ ਨਾ ਕੁਛ ਸਿੱਖਣ ਲਈ ਜਾਂਦੇ ਆ ਕਿਸੇ ਥਾਂ 'ਤੇ, ਉਹ ਐ ਨਹੀਂ ਦੇਖਦੇ ਕਿ ਸਾਨੂੰ ਕਿੰਨੀ ਅਮਾਊਂਟ ਮਿਲੂ, ਕਿੰਨੀ ਸਾਨੂੰ ਸੈਲਰੀ ਮਿਲੂ, ਕਿੰਨੀ ਸਾਡੀ ਇਨਕਮ ਹੋ ਵਗੈਰਾ, ਐਸਾ ਕੁਛ ਨਹੀਂ ਦੇਖਦੇ। ਬਿਕੋਜ਼ ਉਹ ਬੰਦੇ ਸਿਰਫ ਐਕਸਪੀਰੀਅੰਸ ਗੇਨ ਕਰਨ ਆਉਂਦੇ ਆ। ਐਸੇ ਬੰਦੇ ਪਹਿਲੇ ਨੰਬਰ 'ਤੇ ਉਹ ਕੰਸੀਡਰ ਨਹੀਂ ਕਰਦੇ ਹੈਗੇ ਮਨੀ ਨੂੰ ਇੰਪੋਰਟੈਂਟ। ਦੂਸਰੇ ਨੰਬਰ 'ਤੇ ਐਸੇ ਬੰਦੇ ਕਿ ਜਿਹੜੇ ਸਿਰਫ ਆਪਣਾ ਟਾਈਮ ਪਾਸ ਕਰਨ ਲਈ ਜਾਂਦੇ ਆ। ਬਿਕੋਜ਼ ਹੁਣ ਉਰੇ ਆਪਾਂ ਡਿਵੈਲਪਡ ਕੰਟਰੀਜ਼ ਪਾ ਦੇਣੀਆਂ ਨੇ, ਠੀਕ ਹੈ ਨਾ, ਕਿ ਅੱਜ ਕੱਲ੍ਹ ਡਿਵੈਲਪਡ ਕੰਟਰੀਜ਼ ਦੇ ਵਿੱਚ ਲੋਕਾਂ ਕੋਲ ਪਹਿਲਾਂ ਹੀ ਕਾਫੀ ਪੈਸਾ ਹੈਗਾ ਬਿਕੋਜ਼ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਪਹਿਲਾਂ ਹੀ ਕਾਫੀ ਰਿਚ ਨੇ ਤੇ ਉਹਨਾਂ ਕੋਲ ਫੈਮਿਲੀ ਬਿਜ਼ਨਸ ਹੈ। ਬਟ ਫਿਰ ਵੀ ਜਿਹੜੇ ਉਹਨਾਂ ਦੇ ਆਫਸਪ੍ਰਿੰਗ ਹੁੰਦੇ ਆ ਉਹ ਚਾਹੁੰਦੇ ਆ ਕਿ ਸਾਡਾ ਕੁਝ ਹੋਰ ਬਣੇ, ਭਾਵੇਂ ਕਿ ਉਹਨਾਂ ਕੋਲ ਇੱਕ ਸੈਕਿੰਡ ਪ੍ਰਾਇੋਰਟੀ ਦੇ ਵਿੱਚ ਆਪਣਾ ਫੈਮਿਲੀ ਬਿਜ਼ਨਸ ਪਿਆ, ਬਟ ਫਿਰ ਵੀ ਉਹ ਫਸਟ ਪ੍ਰਾਇੋਰਟੀ ਦੇ ਵਿੱਚ ਰੱਖਦੇ ਆ ਅਸੀਂ ਆਪਣੇ ਕੁਝ ਸਟਾਰਟ ਕਰੀਏ। ਅਤੇ ਉਹ ਚੀਜ਼ ਸਟਾਰਟ ਕਰਨ ਦੇ ਲਈ ਉਹਨਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੁੰਦਾ। ਉਹ ਨਵੀਆਂ ਚੀਜ਼ਾਂ ਸਿੱਖਦੇ ਆ, ਉਹ ਨਵੀਆਂ ਥਾਵਾਂ 'ਤੇ ਜਾਂਦੇ ਆ ਅਤੇ ਨਵੀਆਂ ਚੀਜ਼ਾਂ ਟਰਾਈ ਕਰਦੇ ਆ, ਨਵੀਂ ਜੋਬ ਦੇ ਵਿੱਚ ਜਾਂਦੇ ਆ ਅਤੇ ਉਹਨਾਂ ਨੂੰ ਕੋਈ ਮੈਟਰ ਨਹੀਂ ਹੁੰਦਾ ਕਿ ਕਿੰਨੀ ਮਨੀ ਮਿਲੂ ਜਾਂ ਕਿੰਨੀ ਨਹੀਂ। ਉਹਨਾਂ ਨੂੰ ਸਿਰਫ ਇੱਕ ਚੀਜ਼ ਤੱਕ ਹੁੰਦਾ ਕਿ ਸਾਨੂੰ ਕੋਈ ਚੀਜ਼ ਇਹ ਨੌਲੇਜ ਦੇ ਕੇ ਜਾਂ ਸਿਖਾ ਕੇ ਜਾਵੇ, ਠੀਕ ਆ। ਐਸੇ ਬੰਦੇ ਹੁੰਦੇ ਆ ਉਹ ਵੀ ਪੈਸੇ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ ਹੈਗੇ, ਠੀਕ ਹੈ ਨਾ। ਸੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਕਲੀਅਰ ਹੁੰਦੀ ਆ। ਹੁਣ ਰਿਜ਼ਲਟ 'ਚ ਆ ਗਿਆ ਆਪਾਂ ਕਿ ਮਨੀ ਦੇਖੀ ਜਾਂਦੀ ਵੀ ਆ, ਦੇਖੀ ਨਹੀਂ ਵੀ ਜਾਂਦੀ ਹੈ। ਟੋਟਲੀ ਡਿਪੈਂਡ ਕਰਦਾ ਪਰਸਨ ਦੇ ਉੱਤੇ ਕਿ ਉਹ ਪਰਸਨ ਦੇ ਫਾਈਨੈਂਸ਼ੀਅਲਸ ਕਿੱਦਾਂ ਦੇ ਨੇ, ਠੀਕ ਹੈ ਨਾ। ਬੇਸਿਕ ਫੈਮਿਲੀ ਫਾਈਨੈਂਸ਼ੀਅਲਸ ਕਿੱਦਾਂ ਦੇ ਨੇ ਉਸ ਬੰਦੇ ਦੇ, ਉਹਦੀ ਕੰਡੀਸ਼ਨਿੰਗ ਕਿੱਦਾਂ ਦੀ ਹੋਈ ਆ, ਉਹ ਕਿਹੜੀ ਸਰਾਊਂਡਿੰਗ ਦੇ ਵਿੱਚ ਪੈਦਾ ਹੋਇਆ। ਇਹ ਚੀਜ਼ ਡਿਪੈਂਡ ਕਰਦੀ ਆ ਕਿ ਉਹ ਬੰਦਾ ਆਪਣੀ ਜੌਬ ਦੇ ਵਿੱਚ ਮਨੀ ਦੇਖੂ ਨਹੀਂ ਦੇਖੂ। ਬਿਕੋਜ਼ ਅਕੋਰਡਿੰਗ ਟੂ ਯੂ ਤੁਸੀਂ ਆਪਣੇ ਓਪੀਨੀਅਨ ਉਹਦੇ ਵਿੱਚ ਰਿਜ਼ਲਟ 'ਚ ਲਾ ਸਕਦੇ ਹੋ। ਬਿਕੋਜ਼ ਆਈ ਹੋਲ ਹਾਰਟਡਲੀ ਬਿਲੀਵ ਦੈਟ any type of person can make a lot of money, even that work is not very much popular in any of the respective area, ਠੀਕ ਆ। ਕਿਉਂਕਿ ਹਰੇਕ ਕੰਮ ਆਪਣੇ ਆਪ 'ਚ ਪੋਟੈਂਸ਼ੀਅਲ ਰੱਖਦਾ ਕਿ ਵੀ ਕਰੋੜਾਂ ਰੁਪਈਆ ਕਮਾ ਕੇ ਦੇ ਸਕਦਾ, ਠੀਕ ਆ। ਇਹ ਚੀਜ਼ ਹੈਗੀ ਆ।
ਇਹ ਅੱਜ ਦਾ ਐਸੇ ਸੀ।